कि 8 मार्च ਨੂੰ ਹੀ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਜੋ ਜਾਣਕਾਰੀ ਦਿੱਤੀ ਗਈ ਸੀ ਕਿ 8 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ ਤੇ ਫਿਰ ਉਸ ਤੋਂ ਬਾਅਦ ਤਰੀਕ ਵਿੱਚ ਬਦਲਾਅ ਕੀਤਾ ਗਿਆ। 5 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਉਸ ਤੋਂ ਬਾਅਦ ਇੱਕ ਵਾਰ ਮੁੜ ਤੋਂ 8 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਨੇਹਾ ਲਗਾਤਾਰ ਬਣੇ ਹੋਏ ਨੇ। ਨੇਹਾ ਤਾਂ ਬਾਰ-ਬਾਰ ਤਰੀਕਾ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ ਬਜਟ ਪੇਸ਼ ਕਰਨ ਨੂੰ ਲੈ ਕੇ। ਇਸ ਨੂੰ ਵੀ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਸਰਕਾਰ ਕਲੀਅਰ ਹੀ ਨਹੀਂ ਹੈ। ਪਹਿਲਾਂ 8 ਤਰੀਕ ਫਿਰ 5 ਮਾਰਚ ਤੇ ਹੁਣ ਇੱਕ ਵਾਰ ਮੁੜ ਤੋਂ ਜੋ ਜਾਣਕਾਰੀ ਮਿਲੀ ਹੈ ਕਿ 8 ਮਾਰਚ ਨੂੰ ਹੀ ਬਜਟ ਪੇਸ਼ ਕੀਤਾ ਜਾਵੇਗਾ। ਕੀ ਕੁਝ ਹੋਰ ਡਿਟੇਲਸ? बिल्कुल स्वाति जिस तरीके पहला यही सी कि जड़ा बजट है 10 ਨੂੰ पेश किया 8 ਨੂੰ पेश किया जाएगा। फिर उस तो बाद है दूसरी तारीख सुनिश्चित कर दी गई कि 5 तारीख ਨੂੰ जड़ा है वो बजट इंट्रोड्यूस किया जाएगा। लेकिन हुण फिलहाल जड़ा है फिर तो तारीख जी है बदल दी गई है। तो इस पिछे स्वाति यही जड़ा है देख सकते हैं कि जिस तरीके सरकार जी है घिरती नजर आ रही है अलग अलग मुद्दों पर, चाहे वह बेरोजगारी का मुद्दा हो, चाहे वह मुलाजमान नाल जुड़िया हुआ मुद्दा हो, चाहे वह जड़ा है महंगाई के नाल जुड़िया मुद्दा हो, हर एक मुद्दा जड़ा है सरकार जी हैगी वो घिरती नजर आ रही है। और इसी कारण जड़ा है सरकार जी हैगी बिल्कुल कुछ ना कुछ स्ट्रैटेजी जी चेंज जरूर करना चाहती होगी कि किस तरीके नाल, क्योंकि बजट जड़ा है हुण सिर्फ आखिरी बजट रह चुका है सरकार के कोल और यही कयास लाए जा रहे हैं क्योंकि अगले साल जो इलैक्शन है उसी कारण लोक लुभावना बजट जड़ा है दिता जाए। इसी कारण जड़ा है फिलहाल सरकार जिस तरीके स्वाति घिरती नजर आ रही है विरोधी धिरां दे वल्लों क्योंकि मुद्दे बिल्कुल नेहा इत्थे एक ये भी गल है कि जिस तरह दे नाल बार-बार बदलाव किया जा रहा है तुहाडे नाल जे कोई विधायक मौजूद ने तो उन्हां तो भी जानन दी कोशिश करो कि वो की समझते ने क्यों बार-बार तरीका विच बदलाव किया जा रहा है बजट पेश करन नूं लैके ते अज होर की कुछ अंदर उन्हां वल्लों पेश किया गया बोलिया गया ते बोलण दा मौका नहीं दिता गया। गल करन दी कोशिश करो। स्वाति हुणे फिलहाल जड़ा है विधायकों वालों वॉकआउट कर लिया गया सी, लेकिन हुण फिलहाल जड़ा है विधायक फिर तो जड़ा है ने विधान सभा के अंदर चल गए है ने। और जड़ा अगर मुद्दों की गल की जाए स्वाति तो फिलहाल यही चीज़ हैगी है कि 2-3 मुद्दे जड़े है सन उसनू जड़ा है इंट्रोड्यूस किया गया सी। सबसटेंसिव मोशन जड़ा है अकाली दल दे वल्लों इंट्रोड्यूस किया गया सी कि मुलाजमां दे नाल जुड़े मुद्दों के उत्ते जड़ा है गलबात होनी चाहिए है, चर्चा होनी चाहिए है क्योंकि मुलाजम जड़े पिछले 4 साल तो उन्होंने लाठी चार्ज और पानी ਦੀਆਂ ਬੁਛਾਰਾਂ ਤੋਂ ਇਲਾਵਾ ਕੁਝ ਨਹੀਂ ਮਿਲਿਆ ਕਿਉਂਕਿ ਜਦੋਂ ਧਰਦੇ ਲਗਾਉਂਦੇ ਨੇ ਤਾਂ ਧਰਨੇ ਜਿਹੜੇ ਨੇ ਉਸ ਨੂੰ ਚੁੱਕਣ ਦੇ ਲਈ ਔਰ ਉਸ ਨੂੰ ਹੋਰ ਪ੍ਰੈਸ਼ਰਾਈਜ਼ ਕਰਨ ਦੇ ਲਈ ਜਾਂ ਉਠਾਉਣ ਦੇ ਲਈ ਜਿਹੜਾ ਹੈਗਾ ਜਾਂ ਲਾਠੀ ਚਾਰਜ ਕੀਤਾ ਜਾਂਦਾ ਜਾਂ ਪਾਣੀ ਦੀਆਂ ਬੁਛਾਰਾਂ। ਹਾਲਾਂਕਿ ਉਹਨਾਂ ਦੇ ਜਿਹੜੇ ਮੰਗਾਂ ਹੈਗੀਆਂ ਨੇ ਉਹ ਨਹੀਂ ਮੰਨੀਆਂ ਗਈਆਂ ਹੈਗੀਆਂ ਔਰ ਇਸੇ ਕਾਰਨ ਜਿਹੜਾ ਹੈਗਾ ਕੁਝ ਜੋ ਬੇਰੋਜ਼ਗਾਰ ਮੰਚ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਵੀ ਜਿਹੜਾ ਹੈਗਾ ਕੱਲ ਕਾਫੀ ਜ਼ਿਆਦਾ ਜਿਹੜੇ ਵਿਧਾਇਕ ਹੈਗੇ ਸੀ ਵਿਰੋਧੀ ਧਿਰ ਦੇ ਉਹਨਾਂ ਨੂੰ ਮੈਮੋਰੈਂਡਮ ਦਿੱਤੇ ਗਏ ਸਨ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਉਹ ਅੰਦਰ ਉਠਾਈਆਂ ਜਾਣ। ਔਰ ਇਸੇ ਕਾਰਨ ਜਿਹੜਾ ਹੈਗਾ ਅਕਾਲੀ ਦਲ ਦੇ ਵੱਲੋਂ ਅੱਜ ਇਹ ਮੁੱਦਾ ਜਿਹੜਾ ਹੈਗਾ ਉਠਾਇਆ ਗਿਆ ਹੈਗਾ ਸੀ। ਸਬਸਟੈਂਸਿਵ ਮੋਸ਼ਨ ਜਿਹੜਾ ਇੰਟਰੋਡਿਊਸ ਕੀਤਾ ਗਿਆ ਸੀ ਲੇਕਿਨ ਸਰਕਾਰ ਨੇ ਸੋਚਿਆ ਕਿ ਮਨਾ ਕਰ ਦਿੱਤਾ ਕਿ ਇਸ ਦੇ ਉੱਤੇ ਗੱਲ ਨਹੀਂ ਹੋ ਸਕਦੀ ਕਿਉਂਕਿ ਇਹ ਫਰੈਸ਼ ਮੁੱਦਾ ਨਹੀਂ ਹੈਗਾ, ਇਹ ਪੱਖਵਾ ਮੁੱਦਾ ਨਹੀਂ ਹੈਗਾ ਔਰ ਇਸੇ ਕਾਰਨ ਜਿਹੜਾ ਹੈਗਾ ਇਸ ਦੇ ਉੱਤੇ ਚਰਚਾ ਨਹੀਂ ਕੀਤੀ ਜਾ ਸਕਦੀ। ਲੇਕਿਨ ਅਕਾਲੀ ਦਲ ਦੇ ਵੱਲੋਂ ਇਹੀ ਸਵਾਲ ਉਠਾਏ ਗਏ ਨੇ ਕਿ ਜੇਕਰ ਮੁਲਾਜ਼ਮਾਂ ਨਾਲ ਜੁੜਿਆ ਹੋਇਆ ਮੁੱਦਾ ਜਿਹੜਾ ਪੱਖਵਾ ਨਹੀਂ ਹੈਗਾ ਜਿਹੜਾ ਕਿ ਪੰਜਾਬ ਦੇ ਜ਼ਿਆਦਾਤਰ ਜਿਹੜੇ ਲੋਕ ਹੈਗੇ ਨੇ ਉਹ ਮੁਲਾਜ਼ਮ ਹੀ ਹੈਗੇ ਨੇ, ਗਵਰਨਮੈਂਟ ਸਰਵਿਸ ਦੇ ਵਿੱਚ ਹੀ ਹੈਗੇ ਨੇ, ਤੇ ਜੇਕਰ ਉਹਨਾਂ ਦਾ ਨਾਲ ਜੁੜਿਆ ਹੋਇਆ ਮੁੱਦਾ ਪੱਖਵਾ ਮੁੱਦਾ नहीं हैगा, अगर पंजाबी यूनिवर्सिटी जो कि पंजाब की धरोहर हैगी है इंटलैक्चुअल धरोहर हैगी है, जेकर उन्होंने दे कर्मचारी उन्होंने स्टूडेंट्स उन्होंने टीचर्स नाल जुड़िया मुद्दा जड़ा पक्खवा नहीं हैगा तो फिर किहड़े मुद्दे ने ਜਿਹੜੇ ਪੱਖਵੇਂ ਮੁੱਦੇ ਹੈਗੇ ਨੇ क्योंकि लोग ਜਿਹੜੇ ਹੈਗੇ ਨੇ ਉਹਨਾਂ ਨੂੰ ਵੱਡੀਆਂ ਚੀਜ਼ਾਂ ਜਿਹੜੀਆਂ ਨੇ ਤਾਂ ਜਿਹੜੇ तमाम ਮੁੱਦੇ ਲੋਕਾਂ ਨਾਲ ਜੁੜੇ ਹੋਏ ਨੇ ਇਹਨਾਂ ਮੁੱਦਿਆਂ ਤੇ ਸਰਕਾਰ ਗੱਲਬਾਤ ਤੋਂ ਭੱਜ ਰਹੀ ਹੈ। ਲਗਾਤਾਰ ਵਿਰੋਧੀ ਧਿਰਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ। ਇਸ ਵਕਤ ਦੀ ਵੱਡੀ ਖਬਰ ਲਗਾਤਾਰ ਦਰਸ਼ਕਾਂ ਦੇ ਨਾਲ ਸਾਂਝਾ ਕਰ ਰਿਹਾ ਕਿ 8 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ। ਇੱਕ ਵਾਰ ਮੁੜ ਤੋਂ ਬਜਟ ਪੇਸ਼ ਕਰਨ ਦੀ ਤਾਰੀਖ ਵਿੱਚ ਬਦਲਾਅ ਕੀਤਾ ਗਿਆ। ਰਾਜਪਾਲ ਦੇ ਭਾਸ਼ਣ ਦੇ 5 ਮਾਰਚ ਨੂੰ ਮੁੱਖ ਮੰਤਰੀ ਜਵਾਬ ਦੇਣਗੇ। ਮੁੜ ਬਦਲੀ ਗਈ ਹੈ ਪੰਜਾਬ ਦੇ ਬਜਟ ਦੀ ਤਾਰੀਖ ਜਿਸ ਤਰ੍ਹਾਂ ਦੇ ਨਾਲ 1 ਤੋਂ 10 ਮਾਰਚ ਤੱਕ ਇਹ ਸੈਸ਼ਨ ਜਾਰੀ ਹੈ। ਅੱਜ ਤੀਜਾ ਦਿਨ ਹੈ ਤੇ ਹੰਗਾਮਾ ਇੱਥੇ ਦੇਖਣ ਨੂੰ ਮਿਲਿਆ ਹੈ। ਸੈਸ਼ਨ ਤੋਂ ਪਹਿਲਾਂ ਸ਼ੁਰੂਆਤ ਜਦ ਹੋਈ ਸੀ ਕਾਰਵਾਈ ਦੀ ਤਾਂ ਅਕਾਲੀ ਦਲ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀਗਾ। ਮੁਲਾਜ਼ਮਾਂ ਦੇ ਮੁੱਦੇ ਨੂੰ ਲੈ ਕੇ ਸਰਕਾਰ ਦਾ ਪੁਤਲਾ ਫੂਕਿਆ ਗਿਆ ਸੀਗਾ। ਉਸ ਤੋਂ ਬਾਅਦ ਇਹ ਲਗਾਤਾਰ ਵਿਰੋਧੀ ਧਿਰਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਅੰਦਰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਜਦ तमाम ਵਿਧਾਇਕ ਆਪਣੀ ਗੱਲ ਰੱਖਣਾ ਚਾਹੁੰਦੇ ਨੇ ਸਰਕਾਰ ਸਾਹਮਣੇ ਤਾਂ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਮੁੱਦੇ ਤੇ ਗੱਲਬਾਤ ਨਹੀਂ ਹੋ ਸਕਦੀ ਹੈ। ਇਸ ਵਿਚਕਾਰ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ
8 ਮਾਰਚ ਨੂੰ ਪਹਿਲਾਂ ਤਰੀਕ ਤੈਅ ਕੀਤੀ ਗਈ ਸੀ ਬਜਟ ਪੇਸ਼ ਕਰਨ ਦੀ, ਉਸ ਤੋਂ ਬਾਅਦ ਬਦਲਾਅ ਕੀਤਾ ਗਿਆ। 5 ਮਾਰਚ ਜਿਹੜੀ ਤਰੀਕ ਹੈ ਉਹ ਪਹਿਲਾਂ ਤੈਅ ਕੀਤੀ ਗਈ, ਉਸ ਤੋਂ ਬਾਅਦ ਇੱਕ ਵਾਰ ਮੁੜ ਤੋਂ ਹੁਣ ਤਰੀਕ ਵਿੱਚ ਬਦਲਾਅ ਕੀਤਾ ਗਿਆ ਹੈ ਤੇ 8 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ। ਤਾਂ ਮੁੜ ਤੋਂ ਬਦਲੀ ਗਈ ਹੈ ਪੰਜਾਬ ਦੇ ਬਜਟ ਦੀ ਤਰੀਕ। ਇਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਸਰਕਾਰ ਇਹ ਕਲੀਅਰ ਨਹੀਂ ਹੈ ਕਿ ਬਜਟ ਨੂੰ ਲੈ ਕੇ ਕਿਹੜੀ ਤਰੀਕ ਜਿਹੜੀ ਹੈ ਤੈਅ ਕੀਤੀ ਜਾਵੇ, ਕਿਉਂਕਿ ਚੌਤਰਫਾ ਇੱਥੇ ਸਰਕਾਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਘਿਰਦੀ ਨਜ਼ਰ ਆ ਰਹੀ ਹੈ। ਹੁਣ 5 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਤੇ ਜਵਾਬ ਦੇਣਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਤਾਂ ਵੱਡੀ ਖਬਰ ਇਸ ਸਮੇਂ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ, ਮੁੜ ਬਦਲੀ ਗਈ ਪੰਜਾਬ ਦੇ ਬਜਟ ਦੀ ਤਰੀਕ। ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਤੀਜਾ ਦਿਨ ਹੈ ਤੇ ਹੰਗਾਮਾ ਵੀ ਇੱਥੇ ਵਿਰੋਧੀ ਧਿਰਾਂ ਵੱਲੋਂ ਕੀਤਾ ਜਾ ਰਿਹਾ ਹੈ। ਸਰਕਾਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ। ਇਸ ਵਿਚਕਾਰ ਇੱਕ ਵੱਡੀ ਖਬਰ ਕਿ 8 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ ਰਾਜਪਾਲ ਦੇ ਭਾਸ਼ਣ ਤੇ 5 ਮਾਰਚ ਨੂੰ ਮੁੱਖ ਮੰਤਰੀ ਜਵਾਬ ਦੇਣਗੇ। नेहा लगातार बनी हुई ने, नेहा का रुख कर दिया। तो नेहा फिलहाल उत्ते की कुछ हलचल नजर आ रही है, तस्वीर जरूर साझा करो कि मुड़ तो हुण विधायक अंदर जा रहे ने या जा चुके ने या फिलहाल बाहर ही मौजूद ने, की कुछ अपडेट? तो बिल्कुल वॉकआउट जो है अकाली दल के वालों और आम आदमी पार्टी वालों किया गया, लेकिन फिलहाल जो है जो विधायक है फिर तो विधान सभा के अंदर जा चुके हैं। और जिस तरीके मैं थानू पहले भी दसिया है कि इस बार कोविड के रिस्ट्रिक्शन के कारण जो है काफ़ी ज़्यादा जो चेंजेस किए गए हैं। जो कुछ रिपोर्टर्स है जो कि अंदर पहुंचे हुए हैं, कुछ रिपोर्टर्स जोड़े है पंजाब जोड़ा है भवन उत्थे है और कुछ जोड़ा है इलैक्ट्रॉनिक मीडिया जो विधान सभा के बाहर रहा है। और इसी कारण जो विधायक है बाहर जरूर आते हैं गल करने के लिए, लोगों तक पहुंचाने के लिए कि लोगों के जोड़े मुद्दे है उन्होंने उठाने की कोशिश की गई है विरोधी धिर वालों, लेकिन अंदर जोड़ा है विरोधी धिर की कोई भी गल जी नहीं सुनी जा रही है। और इसी कारण लोग जोड़े ने जानन कि किस तरीके दे नाल सरकार जी है लोगों के मुद्दे जोड़े ने नहीं सुनना चाह रही हैगी। और इसी कारण अपनी गल पहुंचाने के लिए विधायक जोड़े है उन्होंने बाहर जरूर आना पैंदा, क्योंकि जो इलैक्ट्रॉनिक मीडिया है बिल्कुल उसको अंदर जाने की इजाजत जी नहीं दी जाती है, नहीं दी गई हैगी। और इसी कारण जो है विधायकों को जरूर वॉकआउट के दौरान बाहर आते हैं। लेकिन जिस तरह के तुसीं जिक्र किया कि कोरोना के चलते भी इजाजत नहीं दी जाती, पर इस तो पहला भी जे आपां गल करिए तो हमेशा विरोधी धिरां वालों विधायकों वालों यह भी मांग की गई है कि लाइव टेलीकास्ट होना चाहिए है सैशन की कार्रवाई का, ताकि आम जनता पंजाब दी ये देख सके कि सैशन दे विच किस तरह दे नाल विरोधी धिरां वालों मुद्दे चुके जाते हैं, सरकार दा अगे की जवाब हुंदा है। इस नूं लैके भी हमेशा सरकार टाल मटोल करती नजर आती है। ते हालांकि इस बार तक कोरोना का बहाना है कि अंदर जाने की इजाजत नहीं है, ते कई तरह की हदायतां भी सख्त जारी की गई ने। बिल्कुल स्वाति है ना, एक बहुत ही एक डाइकोटमी वाली सिचुएशन जरूर हो जाती है, क्योंकि एक जरा है बिल्कुल वन साइडेड व्यू जरा देखने को मिलता है, क्योंकि इस बार कोरोना की गल हो सकती है, इस बार प्रिकॉशंस की गल हो सकती है, लेकिन पिछले कई तो आप देखते आ रहे हैं कि मीडिया की जी है लाइव टेलीकास्ट जो है विधान सभा का नहीं करन दिता जाता है। लेकिन यह जी चीज़ हैगी विरोधी धिरां वालों लगातार सवाल उठाए गए हैं कि जो अंदर कुछ हो रहा है लोगों को पता चलना चाहिए, क्योंकि उन्होंने ही उन्होंने इलैक्ट करके इत्थे भेजा है, उन्होंने मुद्दे ही इत्थे उठाए जाने हैं। लेकिन जेकर यही नहीं पता चलेगा कि विधान सभा दे हो की रहा है तो फिर जोड़ा है किस तरीके दे नाल जोड़ा है वो जवाबदेही होणगे लोगों ने, क्योंकि लोगों ने उन्होंने चुन के इत्थे भेजा है। लेकिन जिस तरीके दे नाल और यह भी चीज़ हैगी स्वाति देखने वाली कि जो विधान सभा का सारा खर्चा जोड़ा है पब्लिक एक्सचेंजर जोड़ा है वो सारा लोगों की जेब तो जाता है, वो टैक्सिस भरते हैं तो उन्होंने फिर क्यों ना हक होवे कि अंदर जो चीज़ा हो रही है जो विधान सभा होंगे बजट इजलास होंगे अंदर की कुछ हो रहा है, कौन विधायक कौन मंत्री सरकार या विरोधी धिर की गल्लां कर रहा है, लोगों को बिल्कुल हक है इस चीज़ को सुनने का, क्योंकि लोगों ने ही जरा है उन्होंने चुन के भेजा है, लोगों ने ही लोकतंत्र जरा है लोगों तो ही बनता है। और इसी कारण स्वाति यही देखने को मिलता है, क्योंकि पिछले 2 बार तो यही हो गया कि कोरोना का बहाना जरूर बनाया जाता है कि कोरोना बहुत ज़्यादा जरा है, ऑफकोर्स कोरोना की प्रिकॉशनस जरिया लाई जा रही हैं, लेकिन बाहर से जिस तरीके के नाल जो विरोधी धिर है उन्होंने इत्थे तक आना पैंदा है, क्योंकि वो भी अपनी गल पहुंचाना चाह रहे हैं कि अंदर लोगों के मुद्दे जोड़े है उसमें नहीं उठान दिता जा रहा है। हालांकि कुछ मोशनस स्वाति इदा के होंगे ने जो कि पहले दसने पैंदे ने कि इस मुद्दे के उत्ते जोड़ा है विरोधी धिर चर्चा करना चाहता है, ये सवाल कुछ होंगे ने कि इसका सवाल जोड़ा है सरकार तो जवाब चाहता है। लेकिन 0 आवर स्वाति किहो जी चीज़ होंदी है जदों
ਕੋਈ ਵੀ ਮੁੱਦਾ ਜਿਹੜਾ ਹੈਗਾ ਬਿਨਾਂ ਇੰਟਰੋਡਿਊਸ ਕੀਤੇ ਬਿਨਾਂ ਪਹਿਲੇ ਦੱਸੇ ਉਸ ਦੀ ਡਿਸਕਸ਼ਨ ਹੋ ਸਕਦੀ ਹੈ, ਲੇਕਿਨ ਜਦੋਂ ਉਸ ਦੇ ਵਿੱਚ ਵੀ ਉਸ ਨੂੰ ਘਟਾ ਦਿੱਤਾ ਜਾਂਦਾ ਹੈਗਾ ਜਾਂ ਉਸ ਦੇ ਉੱਤੇ ਚਰਚਾ ਨਹੀਂ ਕੀਤੀ ਜਾਂਦੀ ਲੋਕਾਂ ਦੇ ਹਿੱਤੇ ਦੇ ਉੱਤੇ, ਤੇ ਤਾਂ ਕਰਕੇ ਵਿਰੋਧੀ ਧਿਰਾਂ ਵੱਲੋਂ ਜਿਹੜਾ ਹੈਗਾ ਵਾਕਆਊਟ ਕੀਤਾ ਗਿਆ ਹੈ ਕਿ ਜੇਕਰ ਲੋਕਾਂ ਦੇ ਮੁੱਦੇ ਸੁਣਨੇ ਹੀ ਨਹੀਂ ਹੈਗੇ, ਜੇ ਲੋਕਾਂ ਦੇ ਮੁੱਦਿਆਂ ਦੇ ਉੱਤੇ ਗੱਲ ਹੀ ਨਹੀਂ ਹੋਣੀ ਤਾਂ ਫਿਰ ਅੰਦਰ ਬੈਠਣ ਦਾ ਕੋਈ ਫਾਇਦਾ ਜਿਹੜਾ ਹੈ ਨਹੀਂ ਹੈਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਮੁੱਦੇ ਉਠਾਉਣ ਹੀ ਵਿਰੋਧੀ ਧਿਰ ਜਿਹੜਾ ਹੈਗਾ ਉਹ ਸਦਨ ਦੇ ਵਿੱਚ ਜਾਂਦਾ, ਜੇਕਰ ਲੋਕਾਂ ਦੇ ਮੁੱਦੇ ਨਹੀਂ ਉਠਾਏ ਜਾਣਗੇ ਤਾਂ ਫਿਰ ਅੰਦਰ ਬੈਠਣ ਦਾ ਕੋਈ ਫਾਇਦਾ ਨਹੀਂ ਹੈਗਾ। ਇਸੇ ਕਾਰਨ ਜਿਹੜਾ ਹੈਗਾ ਦੋਨੋਂ ਵਿਰੋਧੀ ਧਿਰ ਜਿਹੜੇ ਹੈਗੇ ਨੇ ਅਕਾਲੀ ਦਲ ਆਮ ਆਦਮੀ ਪਾਰਟੀ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਵਾਕਆਊਟ ਕੀਤਾ ਗਿਆ। ਬਿਲਕੁਲ ਨੇਹਾ, ਤਾਂ ਬੇਸ਼ੱਕ ਵਿਰੋਧੀ ਧਿਰਾਂ ਦਾ ਇਹ ਬਿਲਕੁਲ ਮਕਸਦ ਰਹਿੰਦਾ ਹੈ ਕਿ ਸਰਕਾਰ ਨੂੰ ਘੇਰਿਆ ਜਾਵੇ, ਸਰਕਾਰ ਨੂੰ ਜਗਾਇਆ ਜਾਵੇ ਉਹਨਾਂ तमाम ਮੁੱਦਿਆਂ ਤੇ ਜੋ ਲੋਕਾਂ ਦੇ ਨਾਲ ਜੁੜੇ ਹੋਏ ਨੇ, ਜੋ ਜਨ ਦੇ ਨਾਲ ਜੁੜੇ ਹੋਏ ਨੇ। ਇਸ ਵਿਚਕਾਰ ਜਿਸ ਤਰ੍ਹਾਂ ਦੇ ਨਾਲ ਬਜਟ ਦੀ ਤਰੀਕ ਵਿੱਚ ਬਦਲਾਅ ਕੀਤਾ ਗਿਆ, ਇਹ ਵੀ ਮੰਨਿਆ ਜਾਵੇ ਕਿ ਹੁਣ ਸਰਕਾਰ ਦੀ ਤਿਆਰੀ ਨਜ਼ਰ ਨਹੀਂ ਆ ਰਹੀ ਹੈ, ਆਖਰੀ ਬਜਟ ਹੈ, ਸਭ ਦੀ ਨਜ਼ਰਾਂ ਇਸ ਬਜਟ ਤੇ ਨੇ, ਤੇ ਇਸ ਵਿਚਕਾਰ ਜਿਸ ਤਰ੍ਹਾਂ ਦੇ ਨਾਲ ਵਿਰੋਧੀ ਧਿਰਾਂ ਵੱਲੋਂ ਵੀ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਤਾਂ ਤਰੀਕਾ ਦੇ ਵਿੱਚ ਬਦਲਾਅ ਕੀਤਾ ਜਾਣਾ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ। ਬਿਲਕੁਲ ਸਵਾਤੀ, ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿਉਂਕਿ ਪਹਿਲੇ ਦਿਨ ਤੋਂ ਹੀ ਸਰਕਾਰ ਜਿਹੜੀ ਹੈਗੀ ਸਵਾਲਾਂ ਤੋਂ ਬਚ ਰਹੀ ਨਜ਼ਰ ਆ ਰਹੀ ਹੈਗੀ ਹੈ, ਲੇਕਿਨ ਜਦੋਂ ਵਿਰੋਧੀ ਧਿਰ ਔਰ ਸਰਕਾਰ ਦੋਨੋਂ ਹੀ ਸੰਸਦ ਦੇ ਵਿੱਚ ਹੋਣ ਤਾਂ ਬਿਲਕੁਲ ਥੋੜਾ ਬਚਣਾ ਔਖਾ ਹੋ ਜਾਂਦਾ ਹੈ, ਕਿਉਂਕਿ ਉਦੋਂ ਆਮੋ ਸਾਹਮਣੇ ਟਾਕਰਾ ਜਿਹੜਾ ਹੁੰਦਾ ਹੈ ਔਰ ਇਸੇ ਕਾਰਨ ਜਿਹੜਾ ਹੈਗਾ ਲੋਕਾਂ ਦੇ ਮੁੱਦੇ ਹਾਲਾਂਕਿ ਉਠਾਉਣ ਦੇ ਜਿਹੜੇ ਮੋਸ਼ਨਸ ਇੰਟਰੋਡਿਊਸ ਕੀਤੇ ਗਏ ਉਸ ਨੂੰ ਅਸਵੀਕਾਰ ਕਰ ਦਿੱਤਾ ਜਾਂਦਾ ਹੈ, ਲੇਕਿਨ ਜਿਸ ਤਰੀਕੇ ਦੇ ਨਾਲ ਫਿਲਹਾਲ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ ਸਵਾਤੀ, ਇਸੇ ਕਾਰਨ ਜਿਹੜਾ ਹੈਗਾ ਬਾਰ-ਬਾਰ ਤਾਰੀਖਾਂ ਜਿਹੜੀਆਂ ਨੇ ਬਜਟ ਦੀਆਂ ਚੇਂਜ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਇਹ ਆਖਰੀ ਬਜਟ ਹੈਗਾ ਔਰ ਆਖਰੀ ਬਜਟ ਹੋਣ ਦੇ ਕਾਰਨ ਜਿਹੜਾ ਹੈਗਾ ਸਰਕਾਰ ਦੇ ਉੱਤੇ ਜੋ ਇਲਜ਼ਾਮ ਲੱਗੇ ਹੋਏ ਨੇ, ਵਿਰੋਧੀ ਧਿਰ ਲਗਾਤਾਰ ਕਹਿ ਰਹੇ ਕਿ ਪਿਛਲੇ 4 ਸਾਲਾਂ ਦੇ ਵਿੱਚ ਕੀਤਾ ਕੀ ਹੈਗਾ ਔਰ ਅਲੱਗ-ਅਲੱਗ ਮੁੱਦੇ ਉਠਾਏ ਗਏ ਨੇ, ਲੇਕਿਨ ਜਿਸ ਤਰੀਕੇ ਦੇ ਨਾਲ ਹੁਣ ਪਿਛਲੇ 3 ਦਿਨਾਂ ਤੋਂ ਆਪਾਂ ਦੇਖ ਰਹੇ ਹਾਂ, ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਕਾਫੀ ਹੰਗਾਮੇਦਾਰ ਬਜਟ ਸੈਸ਼ਨ ਰਿਹਾ ਹੈ ਔਰ ਇਸੇ ਕਾਰਨ ਜਿਹੜਾ ਹੈਗਾ ਸਰਕਾਰ ਨੂੰ ਵੀ ਆਪਣੀ ਸਟ੍ਰੈਟਜੀ ਆਫ ਕੋਰਸ ਚੇਂਜ ਕਰਨੀ ਪੈ ਸਕਦੀ ਹੈਗੀ ਹੈ ਕਿ ਲੋਕਾਂ ਨੂੰ ਲੋਕ ਲੁਭਾਵਾ ਬਜਟ ਜਿਹੜਾ ਹੈਗਾ ਕਿੱਦਾਂ ਦਿੱਤਾ ਜਾਵੇ, ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕਾਂ ਤੇ ਮੁੱਦੇ ਨਹੀਂ ਉਠਾਏ ਜਾ ਰਹੇ ਹੈਗੇ, ਲੋਕਾਂ ਦੇ ਮੁੱਦੇ ਉੱਤੇ ਡਿਸਕਸ਼ਨ ਨਹੀਂ ਹੋ ਰਹੀ ਹੈਗੀ, ਤੇ ਇਸ ਕਾਰਨ ਜਿਹੜਾ ਹੈਗਾ ਸਰਕਾਰ ਨੂੰ ਜਿਹੜਾ ਹੈਗਾ ਆਪਣੀ ਬਜਟ ਦੀਆਂ तमाम ਸਵਾਲ ਉੱਠਨੇ ਲਾਜ਼ਮੀ ਨੇ। ਹਾਲਾਂਕਿ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਪੰਜਾਬ ਵਿੱਚ ਵਿਕਾਸ ਹੋਇਆ ਤੇ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਕਈ ਅਹਿਮ ਪ੍ਰੋਜੈਕਟ ਤੇ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਨੇ, ਦੂਜੇ ਪਾਸੇ ਲਗਾਤਾਰ ਵਿਰੋਧੀ ਧਿਰਾਂ ਜਨਤਾ ਦੇ ਮੁੱਦੇ ਨੂੰ ਚੁੱਕ ਰਹੀਆਂ ਨੇ ਤੇ ਜਵਾਬਦੇਹੀ ਸਰਕਾਰ ਦੀ ਇੱਥੇ ਬੰਦੀ ਹੈ ਜੋ ਕਿ ਨਜ਼ਰ ਨਹੀਂ ਆ ਰਹੀ ਹੈ, ਤੇ ਇਸ ਵਿਚਕਾਰ ਲਗਾਤਾਰ ਇੱਥੇ ਹੰਗਾਮਾ ਵੀ ਦੇਖਣ ਨੂੰ ਮਿਲ ਰਿਹਾ। ਤੁਸੀਂ ਨਜ਼ਰ ਬਣਾ ਕੇ ਰੱਖੋ।